ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈ-ਫਾਈ ਸਟੱਡੀ ਦੇ ਉੱਪਰ। ਇਸ ਚੈਨਲ ਉੱਪਰ ਆਪਾਂ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਹਾਂਜੀ, ਆਪਾਂ ਨੇ ਅੱਜ ਨਿਊ ਟੌਪਿਕ ਸਟਾਰਟ ਕਰਨਾ ਹੈ, ਮੈਟਲਸ ਐਂਡ ਨੌਨ ਮੈਟਲਸ। ਧਾਤਾਂ ਅਤੇ ਅਧਾਤਾਂ ਬਾਰੇ ਅੱਜ ਆਪਾਂ ਪੜ੍ਹਾਂਗੇ। ਇਸ ਤੋਂ ਪਹਿਲਾਂ ਆਪਾਂ ਕਾਫੀ ਸਾਰੇ ਚੈਪਟਰ ਨੇ ਜਿਹੜੇ ਕਵਰ ਕਰ ਚੁੱਕੇ ਹਾਂ। ਤੁਸੀਂ ਚੈਨਲ ਉੱਪਰ ਜਾ ਕੇ ਪਲੇਲਿਸਟ ਚੈੱਕ ਕਰ ਸਕਦੇ ਹੋ ਅਤੇ ਸਾਰੇ ਚੈਪਟਰ ਨੇ ਜਿਹੜੇ ਰਿਵਾਈਜ਼ ਕਰ ਸਕਦੇ ਹੋਗੇ। ਹਾਂਜੀ, ਅੱਜ ਦਾ ਆਪਣਾ ਚੈਪਟਰ ਹੈਗਾ ਮੈਟਲਸ ਐਂਡ ਨੌਨ ਮੈਟਲਸ, ਧਾਤਾਂ ਅਤੇ ਅਧਾਤਾਂ। ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਧਾਤਾਂ ਅਤੇ ਅਧਾਤਾਂ ਨੇ ਜਿਹੜੀਆਂ ਉਹ ਕੀ ਤੱਤਾਂ ਤੋਂ ਮਿਲ ਕੇ ਬਣਦੀਆਂ ਨੇ। ਜਿਹੜੇ ਤੱਤ ਹੁੰਦੇ ਨੇ ਆਵਰਤੀ ਸਾਰਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਉਹੀ ਕੀ ਹੁੰਦੇ ਨੇ ਮੈਟਲਸ ਅਤੇ ਨੌਨ ਮੈਟਲ ਦੇ ਵਿੱਚ ਡਿਵਾਈਡ ਕਰੇ ਹੁੰਦੇ ਆ। ਠੀਕ ਹੈ, ਜਿਹੜੇ ਐਲੀਮੈਂਟਸ ਨੇ ਉਹਨਾਂ ਦੇ ਹੀ ਅੱਗੇ ਪਾਰਟ ਨੇ। ਐਲੀਮੈਂਟਸ ਆਪਾਂ ਪੜ੍ਹਿਆ ਸੀ ਕਿ 3 ਤਰ੍ਹਾਂ ਦੇ ਹੁੰਦੇ ਆ। ਪਹਿਲਾ ਹੈਗਾ ਮੈਟਲਸ, ਸੈਕਿੰਡ ਹੈਗਾ ਨੌਨ ਮੈਟਲਸ, ਥਰਡ ਹੈਗਾ ਮੈਟਾਲੋਇਡਸ। ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਮੈਟਲਸ ਕੀ ਹੁੰਦੀਆਂ ਨੇ? ਧਾਤਾਂ। ਨੌਨ ਮੈਟਲਸ ਅਧਾਤਾਂ, ਅਤੇ ਮੈਟਾਲੋਇਡ ਕੀ ਹੁੰਦੇ ਨੇ? ਉਪਧਾਤਾਂ। ਇਹਨਾਂ ਨੂੰ ਹੀ ਆਪਾਂ ਨੇ ਡਿਟੇਲ ਦੇ ਵਿੱਚ ਸਟੱਡੀ ਕਰਨਾ। ਐਲੀਮੈਂਟਸ ਦੀਆਂ 3 ਟਾਈਪਸ ਹੁੰਦੀਆਂ ਨੇ, ਮੈਟਲਸ, ਨੌਨ ਮੈਟਲਸ ਐਂਡ ਮੈਟਾਲੋਇਡਸ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਐਲੀਮੈਂਟ ਕਿੰਨੇ ਹੁੰਦੇ ਆ। ਪੀਰੀਓਡਿਕ ਟੇਬਲ ਆਵਰਤੀ ਸਾਰਣੀ ਆਪਾਂ ਜਾਣਦੇ ਹਾਂ, ਉਹਦੇ ਵਿੱਚ ਜਿਹੜੇ ਸਾਰੇ ਹੁੰਦੇ ਉਹ ਐਲੀਮੈਂਟਸ ਹੁੰਦੇ ਆ। ਤਾਂ ਆਪਣੇ ਕੋਲੇ ਅਬਾਊਟ 118 ਜਿਹੜੇ ਐਲੀਮੈਂਟਸ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ। ਠੀਕ ਹੈ, ਜਿਹਦੇ ਵਿੱਚੋਂ ਕੀ ਆ, ਇਹ MCQ ਬਣ ਸਕਦੇ ਆ। ਇਹਦੇ ਵਿੱਚ ਆਪਾਂ ਬਹੁਤ ਬਰੀਫਲੀ ਪੜ੍ਹਾਂਗੇ। ਅੱਜ ਮੈਂ ਡਾਇਰੈਕਟ MCQ ਲਿਖੇ ਹੋਏ ਆ, ਜਿਹੜੇ ਐਵੇਂ ਐਜ਼ ਇਟ ਇਜ਼ MCQ ਬਣ ਸਕਦੇ ਆ। ਤਾਂ ਆਪਾਂ ਬਾਹਲੀ ਡਿਟੇਲ 'ਚ ਨਹੀਂ ਪੜ੍ਹਦੇ, ਇਹਨਾਂ ਨੂੰ ਐਜ਼ ਇਟ ਇਜ਼ ਪੜ੍ਹਾਂਗੇ ਤਾਂ ਜੋ ਆਪਾਂ ਨੂੰ ਪ੍ਰੋਪਰ MCQ ਦਾ ਪਤਾ ਚੱਲ ਜੇ। ਤਾਂ ਆਪਾਂ ਨੂੰ ਪਹਿਲਾ MCQ ਬਣਦਾ ਕਿ ਕਿੰਨੇ ਐਲੀਮੈਂਟਸ ਨੇ? 118। ਸੈਕਿੰਡ ਕਿ ਜਿਹੜੇ 90 ਨੇ ਜਿਹੜੀਆਂ ਮੈਟਲਸ ਨੇ, 90 ਧਾਤਾਂ ਨੇ, ਅਤੇ 22 ਕੀ ਨੇ? ਨੌਨ ਮੈਟਲਸ ਨੇ। ਅਤੇ ਬਾਕੀ ਜਿਹੜੇ ਬਚ ਗਏ ਉਹ ਕੀ ਨੇਗੇ? ਉਪਧਾਤਾਂ, ਮੈਟਾਲੋਇਡਸ। ਠੀਕ ਹੈ, 90 ਕੀ ਨੇ? ਧਾਤਾਂ ਨੇ, 22 ਅਧਾਤਾਂ, ਅਤੇ ਬਾਕੀ ਦੇ ਜਿਹੜੇ ਬਚ ਗਏ ਉਹ ਕੀ ਹੈ? ਉਪਧਾਤਾਂ। ਤਾਂ ਆਪਾਂ ਧਾਤਾਂ ਅਤੇ ਅਧਾਤਾਂ ਦੇ ਕੁਛ ਐਗਜ਼ਾਮਪਲਸ ਦੇਖਦੇ ਹਾਂ, ਐਵੇਂ ਆਪਣੇ ਯਾਦ ਵੀ ਹੋ ਜਾਊਗਾ। ਜਿਵੇਂ ਸੋਡੀਅਮ ਕੀ ਆ? ਸੋਡੀਅਮ ਕੀ ਇੱਕ ਧਾਤ ਹੈ। ਠੀਕ ਹੈ, ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਬੇਰੀਅਮ, ਇਹ ਕੀ ਨੇ? ਮੈਟਲ ਦੀਆਂ ਐਗਜ਼ਾਮਪਲਾਂ ਨੇ ਸਾਰੀਆਂ। ਤਾਂ ਇਹਨਾਂ ਦੇ ਵਿੱਚੋਂ ਕਿਸੇ ਦਾ ਵੀ ਸੈਂਬਲ ਪੁੱਛਿਆ ਜਾ ਸਕਦਾ ਹੈ। ਕਾਫੀ ਵਾਰ ਬਹੁਤ ਹਾਇਰ ਪੇਪਰਸ ਦੇ ਵਿੱਚ ਵੀ ਆਇਆ ਕਿ ਸੋਡੀਅਮ ਦਾ ਸੈਂਬਲ ਕਿਹੜਾ, ਪੋਟਾਸ਼ੀਅਮ ਦਾ ਸੈਂਬਲ ਕਿਹੜਾ। ਤਾਂ ਤੁਸੀਂ ਯਾਦ ਰੱਖਣਾ ਕਿ ਸੋਡੀਅਮ ਨੂੰ ਆਪਾਂ Na ਦੇ ਨਾਲ ਲਿਖਦੇ ਹਾਂ, ਪੋਟਾਸ਼ੀਅਮ ਨੂੰ K ਦੇ ਨਾਲ, ਮੈਗਨੀਸ਼ੀਅਮ Mg ਦੇ ਨਾਲ। ਇਸ ਤਰ੍ਹਾਂ ਤੁਸੀਂ ਸੈਂਬਲਸ ਯਾਦ ਕਰ ਲੈਣੇ ਆ। ਨੈਕਸਟ ਆਪਣੇ ਕੋਲ ਹੈਗੇ ਨੇ ਨੌਨ ਮੈਟਲਸ। ਨੌਨ ਮੈਟਲਸ ਕਿਹੜੀਆਂ ਨੇ? ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਸਲਫਰ, ਫਾਸਫੋਰਸ, ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ, ਇਹ ਸਾਰੇ ਕੀ ਨੇ? ਨੌਨ ਮੈਟਲਸ ਨੇ। ਤਾਂ ਅੱਗੇ ਆਪਾਂ ਇਹਨਾਂ ਦੀ ਪ੍ਰੋਪਰਟੀਜ਼ ਪੜ੍ਹਾਂਗੇ ਕਿ ਆਪਾਂ ਕਿਸੇ ਵੀ ਚੀਜ਼ ਨੂੰ ਦੇਖ ਕੇ ਉਹਦੇ ਬਾਰੇ ਪੜ੍ਹ ਕੇ ਆਪਾਂ ਕਿਵੇਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਇਹ ਮੈਟਲ ਹੈ ਕਿ ਇਹ ਨੌਨ ਮੈਟਲ ਹੈ। ਤਾਂ ਆਪਾਂ ਉਹਨਾਂ ਦੀ ਪ੍ਰੋਪਰਟੀਆਂ ਸਟੱਡੀ ਕਰਾਂਗੇ ਆਪਾਂ, ਜਿਹਦੇ ਤੋਂ ਆਪਾਂ ਨੂੰ ਇਹ ਕਲੀਅਰ ਹੋ ਜਾਊਗਾ ਕਿ ਇਹ ਮੈਟਲ ਹੈ ਕਿ ਇਹ ਨੌਨ ਮੈਟਲ ਹੈ। ਠੀਕ ਹੈ, ਜ਼ਿਆਦਾਤਰ ਜਿਹੜੀਆਂ ਗੈਸਿਸ ਹੁੰਦੀਆਂ ਨੇ ਉਹ ਨੌਨ ਮੈਟਲ ਹੀ ਹੁੰਦੀਆਂ ਨੇ। ਆਪਾਂ ਇਹਨਾਂ ਦੀ ਫਿਜ਼ੀਕਲ ਪ੍ਰੋਪਰਟੀਜ਼ ਪੜ੍ਹਦੇ ਹਾਂ ਕਿ ਆਪਾਂ ਨੂੰ ਕਿਵੇਂ ਪਤਾ ਚੱਲੂਗਾ ਵੀ ਇਹ ਮੈਟਲਸ ਨੇ ਜਾਂ ਨੌਨ ਮੈਟਲਸ ਨੇ। ਸਭ ਤੋਂ ਪਹਿਲਾਂ ਹੈਗਾ ਕਿ ਫਿਜ਼ੀਕਲ ਪ੍ਰੋਪਰਟੀਜ਼ ਆਫ ਮੈਟਲ। ਜਿਹੜੀਆਂ ਮੈਟਲਸ ਨੇ ਉਹ ਕੀ ਹੁੰਦੀਆਂ ਨੇ? ਸੋਲਿਡ ਹੁੰਦੀਆਂ ਨੇ ਨੇਚਰ ਦੇ ਵਿੱਚ, ਠੋਸ। ਮੈਟਲ ਨੇ ਜਿਹੜੀਆਂ ਸਾਰੀਆਂ ਸਖਤ ਹੁੰਦੀਆਂ ਨੇ, ਸੋਲਿਡ। ਜਿਵੇਂ ਆਪਾਂ ਦੇਖਦੇ ਆਂਗੇ ਸੋਨਾ ਹੁੰਦਾ, ਚਾਂਦੀ, ਐਲੂਮੀਨੀਅਮ, ਲੋਹਾ, ਇਹ ਸਾਰੇ ਕੀ ਨੇ? ਮੈਟਲਾਂ ਨੇ। ਸਾਰੇ ਹੀ ਕੀ ਨੇ? ਸੋਲਿਡ ਨੇ, ਠੋਸ ਨੇ। ਠੀਕ ਹੈ, ਤਾਂ ਕਰਕੇ ਇਹਨਾਂ ਨੇ ਵਿੱਚ ਆਪਾਂ ਲਿਖਿਆ ਨਹੀਂ ਕਿ ਠੋਸ ਹੁੰਦੇ ਨੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸਾਰੇ ਜਿਹੜੇ ਮੈਟਲਸ ਨੇ ਉਹ ਕੀ ਹੁੰਦੇ ਨੇ? ਸੋਲਿਡ ਹੁੰਦੇ ਨੇ। ਆਪਾਂ ਸਿਰਫ ਇੱਥੇ MCQ ਲਿਖਣੇ ਵੀ ਕਿਹੜੇ ਬਣ ਸਕਦੇ ਆ। ਤਾਂ ਇੱਕ ਐਕਸੈਪਸ਼ਨਲ ਕੇਸ ਹੈ ਵੀ ਸਾਰੇ ਜਿਹੜੇ ਸੋਲਿਡ ਹੁੰਦੇ ਨੇ, ਪਰ ਜਿਹੜਾ ਮਰਕਰੀ ਹੈ ਉਹ ਕੀ ਹੈ? ਮੈਟਲ ਵੀ ਹੈ, ਪਰ ਉਹ ਕੀ ਹੈ? ਲਿਕੁਇਡ ਹੁੰਦਾ। ਇਕੱਲਾ ਮਰਕਰੀ ਇਹੋ ਜਿਹੀ ਮੈਟਲ ਹੈ ਜਿਹੜੀ ਕੀ ਹੈ? ਨੋਰਮਲ ਰੂਮ ਟੈਂਪਰੇਚਰ 'ਤੇ ਤਰਲ ਅਵਸਥਾ ਵਿੱਚ ਹੁੰਦੀ ਆ। ਠੀਕ ਹੈ, ਲਿਕੁਇਡ ਹੁੰਦੀ ਆ, ਲਿਕੁਇਡ ਸਟੇਟ ਦੇ ਵਿੱਚ ਹੁੰਦੀ ਆ। ਬਾਕੀ ਸਾਰੇ ਕੀ ਹੁੰਦੇ ਨੇ? ਸੋਲਿਡ ਹੁੰਦੇ ਆ। ਫਸਟ ਪ੍ਰੋਪਰਟੀ ਹੋ ਗਈ ਇਹ। ਸੈਕਿੰਡ ਪ੍ਰੋਪਰਟੀ ਕੀ ਹੈ? ਡਕਟਾਈਲ। ਡਕਟਾਈਲ ਕੀ ਹੁੰਦਾ ਗਾ? ਖਿਚੀਨ ਯੋਗਤਾ ਕਹਿੰਦੇ, ਜਿਹਨੂੰ ਆਪਾਂ ਖਿੱਚਣ ਯੋਗਤਾ। ਕਿ ਆਪਾਂ ਇਹ ਮੈਟਲਸ ਨੇ ਜਿਹੜੀਆਂ, ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਗਰਮ ਕਰਕੇ ਇੰਨਾ ਜ਼ਿਆਦਾ ਖਿੱਚ ਸਕਦੇ ਹਾਂ ਕਿ ਇਹਨਾਂ ਦੀ ਆਪਾਂ ਤਾਰਾਂ ਬਣਾ ਸਕਦੇ ਹਾਂ। ਤਾਰਾਂ ਕਿਹਦੀਆਂ ਬਣਦੀਆਂ ਨੇ? ਧਾਤਾਂ ਦੀਆਂ ਬਣਦੀਆਂ ਨੇ। ਠੀਕ ਹੈ, ਤਾਂ ਇਹ ਪ੍ਰੋਪਰਟੀ ਧਾਤਾਂ ਦੀ ਪ੍ਰੋਪਰਟੀ ਹੋ ਗਈ। ਸੈਕਿੰਡ ਨੰਬਰ ਪ੍ਰੋਪਰਟੀ ਕਿ ਇਹਨਾਂ ਦਾ ਨੇਚਰ ਜਿਹੜਾ ਡਕਟਾਈਲ ਨੇਚਰ ਹੁੰਦਾ, ਮਤਲਬ ਕਿ ਇਹ ਖਿੱਚਣ ਯੋਗ ਹੁੰਦੀਆਂ ਨੇ। ਥਰਡ ਪ੍ਰੋਪਰਟੀ ਹੈਗੀ ਹੈ ਮੈਲਾਬਿਲਿਟੀ। ਮੈਲਾਬਲ ਕੀ ਹੁੰਦਾ ਗਾ? ਕੁਟੀਨ ਯੋਗਤਾ। ਮਤਲਬ ਕਿ ਆਪਾਂ ਇਹਨਾਂ ਨੂੰ ਕੁੱਟ ਕੇ ਇਹਨਾਂ 'ਤੇ ਚਾਦਰਾਂ ਬਣਾ ਸਕਦੇ ਹਾਂ। ਜਿਵੇਂ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਐਲੂਮੀਨੀਅਮ ਦੀਆਂ ਸ਼ੀਟਸ ਹੁੰਦੀਆਂ ਨੇ, ਲੋਹੇ ਦੀਆਂ ਸ਼ੀਟਸ ਹੁੰਦੀਆਂ ਨੇ। ਠੀਕ ਹੈ, ਇਹਨਾਂ ਨੂੰ ਆਪਾਂ ਕੁੱਟ ਕੇ ਕੀ ਆ? ਚਾਦਰਾਂ ਬਣਾ ਸਕਦੇ ਹਾਂ। ਜਿਹੜੀ ਵੀ ਚੀਜ਼ ਨੂੰ ਆਪਾਂ ਕੁੱਟ ਕੇ ਚਾਦਰ ਬਣਾ ਸਕਦੇ ਹੋਏ ਜਾਂ ਤਾਰਾਂ ਬਣਾ ਸਕਦੇ ਹੋਏ, ਇਹਦਾ ਮਤਲਬ ਉਹ ਕੀ ਹੈ? ਮੈਟਲ ਆ। ਸੈਕਿੰਡ ਪ੍ਰੋਪਰਟੀ ਕਲੀਅਰ ਹੋ ਗਈ। ਥਰਡ ਪ੍ਰੋਪਰਟੀ ਹੈਗੀ ਆ ਸੋਨੋਰਸ।
मतलब कि ਜਿਹੜੀਆਂ ਸਾਰੀਆਂ ਧਾਤਾਂ ਨੇ ਉਹ ਕੀ ਦਿੰਦੀਆਂ ਨੇ, ਆਵਾਜ਼ ਦਿੰਦੀਆਂ ਨੇ। ਦੇਖੋ ਆਪਾਂ ਤੋਂ ਕੋਈ ਬਰਤਨ ਨੀਚੇ ਗਿਰ ਜੇ ਜਾਂ ਆਪਾਂ ਗੇਟ ਦੇ ਵਿੱਚ ਕੁਛ ਮਾਰੀਏ ਤਾਂ ਉੱਥੋਂ ਕੀ ਆਵਾਜ਼ ਪੈਦਾ ਹੁੰਦੀ ਆ। ਤਾਂ ਜਿਹੜੀ ਵੀ ਧਾਤ ਹੈ ਉਹ ਜਦੋਂ ਕਿਸੇ ਚੀਜ਼ ਨਾਲ ਟਕਰਾਉਂਦੀ ਆ ਉਹ ਕੀ ਹੈ, ਸਾਊਂਡ ਪ੍ਰੋਡਿਊਸ ਕਰਦੀ ਹੈ, ਆਵਾਜ਼। ਠੀਕ ਹੈ, ਤਾਂ ਇੱਥੋਂ ਵੀ ਆਪਾਂ ਨੂੰ ਕਲੀਅਰ ਹੋ ਜਾਊਗਾ, ਜੇ ਕੋਈ ਚੀਜ਼ ਆਵਾਜ਼ ਦੇ ਰਹੀ ਹੈ ਮਤਲਬ ਕਿ ਉਹ ਕੀ ਆ, ਮੈਟਲ ਆ। ਠੀਕ ਹੈ, ਨੈਕਸਟ ਪ੍ਰੋਪਰਟੀ ਹੈਗੀ ਲਸਟਰ। ਲਸਟਰ ਦਾ ਮਤਲਬ ਹੁੰਦਾ ਚਮਕ। ਜਿਹੜੀਆਂ ਧਾਤਾਂ ਨੇ ਉਹ ਕੀ ਹੁੰਦੀਆਂ ਨੇ, ਚਮਕੀਲੀਆਂ ਹੁੰਦੀਆਂ ਨੇ। ਜਿਵੇਂ ਆਪਾਂ ਦੇਖਦੇ ਹਾਂ ਸੋਨਾ, ਚਾਂਦੀ, ਇਹ ਕੀ ਚਮਕੀਲੇ ਹੁੰਦੇ ਆ। ਤਾਂ ਆਪਾਂ ਨੂੰ ਪਤਾ ਚੱਲ ਗਿਆ ਜਿਹੜੀ ਚੀਜ਼ ਸ਼ਾਈਨ ਕਰਦੀ ਹੈ, ਚਮਕ ਵਾਲੀ ਹੁੰਦੀ ਹੈ ਜਿਹੜੀ ਚੀਜ਼, ਉਹ ਕੀ ਹੁੰਦੀ ਆ, ਮੈਟਲ ਹੁੰਦੀ ਆ। ਠੀਕ ਹੈ, ਇਹ ਕਲੀਅਰ ਹੋ ਗਿਆ ਆਪਾਂ ਨੂੰ। ਹੁਣ ਆਪਾਂ ਕੁਛ ਐਕਸੈਪਸ਼ਨਲ ਕੇਸ ਪੜ੍ਹ ਲੈਣੇ, ਇਹਨਾਂ ਦੇ ਵੀ ਕੀ ਆ। ਆਪਾਂ ਨੂੰ ਪਤਾ ਹੈ ਕਿ ਜਿਹੜਾ, ਕਿਉਂਕਿ ਇਹ ਸੋਲਿਡ ਹੁੰਦੀਆਂ ਨੇ, ਠੋਸ ਹੁੰਦੀਆਂ ਨੇ, ਠੋਸ ਨੇ, ਇਹਦਾ ਮਤਲਬ ਕਿ ਇਹਨਾਂ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਹੈ। ਮਤਲਬ ਕਿ ਮੋਲੀਕੂਲ ਬਹੁਤ ਕੋਲੇ ਕੋਲੇ ਨੇ, ਵਧੀਆ ਬੰਨੇ ਹੋਏ ਨੇ, ਆਪਸ 'ਚ ਵਧੀਆ ਬੌਂਡ ਬਣਿਆ ਹੋਇਆ ਗਾ। ਤਾਂ ਉਸ ਬੌਂਡ ਨੂੰ ਤੋੜਨ ਵਾਸਤੇ ਆਪਾਂ ਨੂੰ ਬਹੁਤ ਜ਼ਿਆਦਾ ਹਾਈ ਐਨਰਜੀ ਦੇਣੀ ਪੈਂਦੀ ਆ। ਅਗਰ ਆਪਾਂ ਨੂੰ ਹਾਈ ਐਨਰਜੀ ਦੇਣੀ ਪਵੇ ਕਿਸੇ ਚੀਜ਼ ਨੂੰ ਤਾਂ ਉਹਦਾ ਜਿਹੜਾ ਮੈਲਟਿੰਗ ਪੁਆਇੰਟ ਹੈ ਅਤੇ ਉਹਦਾ ਜਿਹੜਾ ਬੋਇਲਿੰਗ ਪੁਆਇੰਟ ਹੈ ਉਹ ਕੀ ਹੋ ਜਾਂਦਾ, ਹਾਈ ਹੋ ਜਾਂਦਾ। ਤਾਂ ਇੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੀਆਂ ਸਾਰੀਆਂ ਮੈਟਲਸ ਨੇਗੀਆਂ ਉਹਨਾਂ ਦਾ ਮੈਲਟਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ ਹਮੇਸ਼ਾ ਕੀ ਹੁੰਦਾ, ਹਾਈ ਹੁੰਦਾ। ਠੀਕ ਹੈ, ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ ਕੀ ਹੁੰਦਾ, ਹਾਈ ਹੁੰਦਾ। ਬਟ ਇਹਦੇ ਵਿੱਚ ਇੱਕ ਕੇਸ ਹੈ, ਕਹਿੰਦੇ ਹੈਵ ਹਾਈ ਮੈਲਟਿੰਗ ਪੁਆਇੰਟ, ਸੀਜ਼ੀਅਮ ਐਂਡ ਗੈਲੀਅਮ ਹੈਵ ਵੈਰੀ ਲੋ ਮੈਲਟਿੰਗ ਪੁਆਇੰਟ। ਬਾਕੀ ਸਭ ਦਾ ਕੀ ਹੁੰਦਾ, ਹਾਈ ਹੁੰਦਾ, ਸਿਰਫ ਸੀਜ਼ੀਅਮ ਅਤੇ ਗੈਲੀਅਮ ਇਹਨਾਂ ਦਾ ਕੀ ਹੁੰਦਾ, ਲੋ। ਤਾਂ ਆਪਾਂ ਨੂੰ ਪੁੱਛਿਆ ਜਾ ਸਕਦਾ, ਕਿਉਂਕਿ ਇਹ ਤਾਂ ਆਪਾਂ ਨੂੰ ਨੈਚੁਰਲੀ ਪਤਾ ਹੈ ਕਿ ਹਾਈ ਹੁੰਦਾ, ਤਾਂ ਆਪਾਂ ਨੂੰ ਲੋ ਦਾ ਪੁੱਛ ਸਕਦੇ ਆ ਕਿ ਵੀ ਕਿਹੜੀ ਇਹੋ ਜਿਹੀ ਮੈਟਲ ਹੈ ਜਿਨ੍ਹਾਂ ਦਾ ਲੋ ਹੁੰਦਾ ਮੈਲਟਿੰਗ ਪੁਆਇੰਟ। ਤਾਂ ਸੀਜ਼ੀਅਮ ਅਤੇ ਗੈਲੀਅਮ ਦਾ ਜਿਹੜਾ ਮੈਲਟਿੰਗ ਪੁਆਇੰਟ ਆ ਉਹ ਘੱਟ ਹੁੰਦਾ ਗਾ। ਨੈਕਸਟ ਹੈਗਾ ਕਿ ਜਿਹੜੀ ਮੈਟਲਸ ਨੇ ਉਹ ਕੀ ਨੇ, ਗੁੱਡ ਕੰਡਕਟਰ ਹੁੰਦੀਆਂ ਨੇ। ਕੰਡਕਟਰ ਕੌਣ ਹੁੰਦੇ ਆ, ਕੰਡਕਟਰ ਹੁੰਦੇ ਆ ਜਿਹੜੇ ਆਪਣੇ ਵਿੱਚੋਂ ਦੀ ਹੀਟ ਪਾਸ ਕਰਨ ਦੇ ਦੇਣ। ਕੰਡਕਟਰ ਮਤਲਬ ਕਿ ਕੰਡਕਟੈਂਸ, ਪਾਸ ਹੋ ਜਾਣਾ। ਕੰਡਕਟਰ ਕਿਹੜੀ ਚੀਜ਼ ਹੁੰਦੀ ਆ ਜਿਹਦੇ ਵਿੱਚੋਂ ਦੀ ਹੀਟ ਅਤੇ ਇਲੈਕਟ੍ਰੀਸਿਟੀ, ਕਰੰਟ ਲੰਘ ਜਾਵੇ, ਪਾਸ ਹੋ ਜਾਵੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕੰਡਕਟਰ। ਅਤੇ ਜਿਹੜੇ ਹੀਟ ਅਤੇ ਕਰੰਟ ਲੰਘਣ ਨਹੀਂ ਦਿੰਦੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਇਨਸੂਲੇਟਰ। ਪੰਜਾਬੀ ਦੇ ਵਿੱਚ ਕੰਡਕਟਰ ਨੂੰ ਆਪਾਂ ਕੀ ਕਹਿੰਦੇ ਹਾਂ, ਸੁਚਾਲਕ। ਸੁਚਾਲਕ ਅਤੇ ਇਨਸੂਲੇਟਰ ਨੂੰ ਕੁਚਾਲਕ। ਸੁਚਾਲਕ ਮਤਲਬ ਕਿ ਜਿਹੜੇ ਚਾਲਕ ਹੈਗੇ ਨੇ, ਬਿਜਲੀ ਨੂੰ ਪਾਸ ਕਰਾਉਂਦੇ ਨੇ ਜਿਹੜੇ। ਤਾਂ ਆਪਾਂ ਇਹਦੇ ਵਿੱਚ ਇਹੀ ਦੇਖਣਾ, ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ ਨੇਗੇ ਸਾਰੇ ਦੇ ਸਾਰੇ ਮੈਟਲ। ਠੀਕ ਹੈ, ਪਰ ਕੌਣ ਨਹੀਂ ਹੈਗੇ, ਲੈਡ ਅਤੇ ਮਰਕਰੀ। ਲੈਡ ਅਤੇ ਮਰਕਰੀ ਨੇ ਜਿਹੜੇ ਐਕਸੈਪਸ਼ਨਲ ਕੇਸ ਵੈਰੀ ਇੰਪੋਰਟੈਂਟ ਹੁੰਦੇ ਨੇ, ਤਾਂ ਹੀ ਕਰਕੇ ਅਲੱਗ ਤੋਂ ਲਿਖਿਆ ਹੋਇਆ ਕਿ ਬਾਕੀ ਪ੍ਰੋਪਰਟੀ ਤਾਂ ਆਪਾਂ ਨੂੰ ਪਤਾ ਹੀ ਹੁੰਦੀਆਂ ਨੇ, ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜਾ ਇਹ ਕਰੈਕਟਰ ਨਹੀਂ ਸ਼ੋਅ ਕਰ ਰਿਹਾ। ਤਾਂ ਜਿਹੜਾ ਲੈਡ ਅਤੇ ਮਰਕਰੀ ਹੈ ਉਹ ਕੀ ਹੁੰਦੇ ਨੇ, ਪੂਅਰ ਕੰਡਕਟਰ ਹੁੰਦੇ ਨੇ। ਇਹ ਕੀ ਹੈ, ਕਰੰਟ ਨੂੰ ਅਤੇ ਇਲੈਕਟ੍ਰੀਸਿਟੀ ਨੂੰ ਜਾਂ ਹੀਟ ਨੂੰ ਆਪਣੇ ਵਿੱਚੋਂ ਪਾਸ ਨਹੀਂ ਹੋਣ ਦਿੰਦੇ। ਨੈਕਸਟ ਹੈਗਾ ਜਿਹੜੇ ਸਭ ਤੋਂ ਬੈਸਟ ਪੁੱਛ ਲੈਣ ਜੇ ਆਪਾਂ ਨੂੰ, ਸਭ ਤੋਂ ਵਧੀਆ ਕੌਣ ਹੁੰਦੇ ਨੇ, ਸਿਲਵਰ ਅਤੇ ਕਾਪਰ ਹੁੰਦੇ ਨੇ ਕਿ ਬੈਸਟ ਕੰਡਕਟਰ ਹੈ। ਚਾਂਦੀ ਅਤੇ ਕਾਪਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਆਪਾਂ ਕੀ ਹੈ, ਤਾਂਬੇ ਅਤੇ ਚਾਂਦੀ ਦੇ ਵਿੱਚੋਂ ਬਿਜਲੀ ਪਾਸ ਕਰਵਾ ਸਕਦੇ ਹਾਂ, ਕਰੰਟ ਪਾਸ ਕਰਵਾ ਸਕਦੇ ਹਾਂ। ਪਰ ਆਪਾਂ ਕਾਪਰ ਨੂੰ ਜ਼ਿਆਦਾ ਯੂਜ਼ ਕਰਦੇ ਹਾਂ ਕਿਉਂਕਿ ਜਿਹੜਾ ਸਿਲਵਰ ਉਹ ਕੀ ਹੁੰਦਾ, ਮਹਿੰਗਾ ਹੁੰਦਾ, ਕੋਸਟਲੀ ਹੁੰਦਾ, ਇਸ ਕਰਕੇ ਆਪਾਂ ਇਹਨੂੰ ਯੂਜ਼ ਨਹੀਂ ਕਰਦੇ। ਫਿਰ ਕੀ ਹੈਗਾ, ਹੈਵ ਹਾਈ ਡੈਂਸਿਟੀ। ਸੋਡੀਅਮ ਅਤੇ ਪੋਟਾਸ਼ੀਅਮ ਦੇਖੋ ਸਾਰੇ ਦੇ ਸਾਰੇ ਆਪਾਂ ਪੜ੍ਹਿਆ ਸੀ ਵੀ ਠੋਸ ਨੇ। ਇੱਕ ਆਪਾਂ ਨੇ ਪੜ੍ਹਿਆ ਵੀ ਲਿਕੁਇਡ ਹੈ, ਕੌਣ ਹੈਗਾ, ਮਰਕਰੀ ਹੈ। ਅਤੇ ਦੋ ਆਪਣੇ ਕੋਲ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ, ਜਿਹੜੇ ਇੰਨੇ ਜ਼ਿਆਦਾ ਸੋਫਟ ਨੇ, ਇੰਨੇ ਜ਼ਿਆਦਾ ਨਰਮ ਨੇ ਕਿ ਇਹਨਾਂ ਨੂੰ ਆਪਾਂ ਕਰਦ ਨਾਲ ਵੀ, ਚਾਕੂ ਨਾਲ ਵੀ ਕੱਟ ਕਰ ਸਕਦੇ ਹਾਂ, ਕੱਟ ਵਿਦ ਨਾਈਫ। ਹੈਵ ਲੋ ਡੈਂਸਿਟੀ, ਸਾਰਿਆਂ ਦੀ ਡੈਂਸਿਟੀ ਮਤਲਬ ਕਿ ਬਹੁਤ ਜ਼ਿਆਦਾ ਡੈਂਸਿਟੀ, ਗਾੜੇ ਨੇ, ਬਹੁਤ ਜ਼ਿਆਦਾ ਕਲੋਜ਼ ਪੈਕ ਹੋਏ ਨੇ, ਤਾਂ ਕਰਕੇ ਸੋਲਿਡ ਨੇਚਰ ਆ। ਪਰ ਦੋ ਸੋਡੀਅਮ ਅਤੇ ਪੋਟਾਸ਼ੀਅਮ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪਾਂ ਕਰਦ ਨਾਲ ਵੀ ਕੱਟ ਕਰ ਸਕਦੇ ਹਾਂ, ਇੰਨੇ ਜ਼ਿਆਦਾ ਸੋਫਟ ਨੇ। ਇਹਨਾਂ ਬਾਰੇ ਕੁਛ ਹੋਰ ਦੱਸਣਾ ਚਾਹੂੰਗੀ, ਖਾਸ ਕਰਕੇ ਸੋਡੀਅਮ ਅਤੇ ਪੋਟਾਸ਼ੀਅਮ ਦੇ ਬਾਰੇ, ਕਿ ਇਹ ਇੰਨੇ ਜ਼ਿਆਦਾ ਰਿਐਕਟਿਵ ਨੇਗੇ ਕਿ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਨਾਲ ਡੱਬਿਆਂ ਦੇ ਵਿੱਚ ਬੰਦ ਕਰਕੇ ਨਹੀਂ ਰੱਖ ਸਕਦੇ, ਕਿਉਂਕਿ ਇਹ ਏਅਰ, ਹਵਾ ਅਤੇ ਪਾਣੀ ਦੇ ਸੰਪਰਕ ਵਿੱਚ ਆ ਜਾਣ ਜੇ ਇਹ, ਤਾਂ ਇਹਨਾਂ ਨੂੰ ਅੱਗ ਲੱਗ ਜਾਂਦੀ ਆ। ਠੀਕ ਹੈ, ਸੋਡੀਅਮ ਅਤੇ ਪੋਟਾਸ਼ੀਅਮ ਸਭ ਤੋਂ ਜ਼ਿਆਦਾ ਰਿਐਕਟਿਵ ਹੁੰਦੇ ਨੇ, ਰਿਐਕਟਿਵ ਮੈਟਲਸ, ਜਿਹੜੇ ਕਿ ਏਅਰ ਅਤੇ ਪਾਣੀ ਦੇ ਸੰਪਰਕ ਦੇ ਵਿੱਚ ਆਉਣ ਨਾਲ ਉਹਨਾਂ ਨੂੰ ਕੀ ਆ, ਕੰਬਸਸ਼ਨ ਹੋ ਜਾਂਦੀ ਹੈ, ਅੱਗ ਲੱਗ ਜਾਂਦੀ ਹੈ। ਇਹ ਆਪਣੇ ਕੋਲ ਮੈਟਲਸ ਦੀਆਂ ਪ੍ਰੋਪਰਟੀਆਂ ਸੀਆਂ। ਹੁਣ ਆਪਾਂ ਨੋਨ ਮੈਟਲਸ ਦੀਆਂ ਪ੍ਰੋਪਰਟੀਆਂ ਦੇਖਦੇ ਹਾਂ। ਨੋਨ ਮੈਟਲਸ ਕੀ ਨੇਗੇ, ਸੋਲਿਡਸ ਵੀ ਹੁੰਦੇ ਆ, ਗੈਸਿਸ ਵੀ ਹੁੰਦੇ ਆ। ਨੋਨ ਮੈਟਲਸ ਸੋਲਿਡ ਵੀ ਹੁੰਦੇ ਆ ਔਰ ਗੈਸਿਸ ਵੀ ਹੁੰਦੇ ਆ। ਗੈਸਿਸ ਕਿਵੇਂ, ਆਪਾਂ ਨੇ ਪੜ੍ਹਿਆ ਕਿ ਸਾਰੀਆਂ ਜਿਹੜੀਆਂ ਗੈਸਾਂ ਆਉਂਦੀਆਂ ਨੇ, ਹਾਈਡਰੋਜਨ, ਆਕਸੀਜਨ, ਕਲੋਰੀਨ, ਫਲੋਰੀਨ, ਇਹ ਸਾਰੇ ਕੀ ਨੇਗੇ, ਨੋਨ ਮੈਟਲਸ। ਠੀਕ ਹੈ, ਬਟ ਐਕਸੈਪਸ਼ਨਲ ਕੇਸ ਕੀ ਹੈ,
ਬ੍ਰੋਮੀਨ ਕੀ ਹੈ, ਕੱਲਾ ਲਿਕੁਇਡ ਹੈ। ਪਿੱਛੇ ਵਾਲੇ ਵਿੱਚ ਕੱਲੀ ਮੈਟਲ ਕਿਹੜੀ ਸੀ, ਜਿਹੜੀ 2 ਇੰਪੋਰਟੈਂਟ MCQ ਹੈ। ਮੈਟਲ ਕਿਹੜੀ ਹੈ ਜਿਹੜੀ ਕੱਲੀ ਰੂਮ ਟੈਂਪਰੇਚਰ 'ਤੇ ਲਿਕੁਇਡ ਹੈ, ਮਰਕਰੀ। ਨੋਨ ਮੈਟਲ ਕਿਹੜੀ ਆ ਜਿਹੜੀ ਲਿਕੁਇਡ ਹੈ, ਬ੍ਰੋਮੀਨ। ਠੀਕ ਹੈ, ਬ੍ਰੋਮੀਨ ਦਾ ਕਲਰ ਬਰਾਊਨ ਹੁੰਦਾ, ਬ੍ਰੋਮੀਨ। ਠੀਕ ਹੈ, ਤਾਂ ਆਪਣੇ ਕੋਲੇ ਜਿਹੜੇ ਮੈਟਲ ਸੀਗੀਆਂ ਉਹ ਕਿਸੇ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਸੀ, ਵੀ ਉਹਦੇ ਵਿੱਚੋਂ ਕਰੰਟ ਆਪਾਂ ਵਧੀਆ ਪਾਸ ਕਰ ਸਕਦੇ ਸੀ। ਪਰ ਇਹ ਕੀ ਹੁੰਦੇ ਨੇਗੇ, ਬੈਡ ਕੰਡਕਟਰ। ਇਹਨਾਂ ਵਿੱਚੋਂ ਕਰੰਟ ਆ ਜਿਹੜਾ ਵਧੀਆ ਪਾਸ ਨਹੀਂ ਹੁੰਦਾ, ਬੈਡ ਕੰਡਕਟਰ ਆਫ ਇਲੈਕਟ੍ਰੀਸਿਟੀ। ਜਾਂ ਇਹਨੂੰ ਆਪਾਂ ਇਨਸੂਲੇਟਰ ਵੀ ਕਹਿ ਸਕਦੇ ਹਾਂ, ਵੀ ਕਰੰਟ ਪਾਸ ਹੀ ਨਹੀਂ ਕਰਾਉਂਦੇ, ਜਿਵੇਂ ਲੱਕੜ, ਕੋਲਾ, ਇਹ ਵੀ ਕਿੰਨੇ ਗੇ ਨੋਨ ਮੈਟਲ ਦੀਆਂ ਐਗਜ਼ਾਮਪਲਾਂ ਨੇ। ਠੀਕ ਹੈ, ਪਰ ਐਂ ਵੀ ਕਹਿ ਸਕਦੇ ਹਾਂ ਕਿ ਥੋੜ੍ਹਾ ਮੋਟਾ ਪਾਸ ਕਰਵਾ ਦਿੰਦੀ ਆ। ਇਹਦਾ ਇੱਕ ਅਲੱਗ ਦਾ ਕੇਸ ਹੈ ਕਿ ਗ੍ਰੇਫਾਈਟ ਹੈ ਜਿਹੜਾ, ਇਹ ਕਿ ਨੋਨ ਮੈਟਲ ਹੈ ਪਰ ਫਿਰ ਵੀ ਇਹ ਗੁੱਡ ਕੰਡਕਟਰ ਹੈ ਇਲੈਕਟ੍ਰੀਸਿਟੀ ਦਾ। ਠੀਕ ਹੈ, ਗ੍ਰੇਫਾਈਟ ਆ ਜਿਹੜਾ ਉਹ ਕੀ ਆ, ਨੋਨ ਮੈਟਲ ਹੈ ਪਰ ਫਿਰ ਵੀ ਉਹ ਗੁੱਡ ਕੰਡਕਟਰ ਹੈ ਇਲੈਕਟ੍ਰੀਸਿਟੀ ਦਾ। ਕਲੀਅਰ ਹੋ ਗਿਆ। ਨੈਕਸਟ ਹੈਗਾ ਨੋਨ ਸੋਨੋਰਸ, ਕਿ ਜਿਹੜੀ ਇਹ ਆਵਾਜ਼ ਪੈਦਾ ਨਹੀਂ ਕਰਦੀਆਂ। ਜਿਹੜੀਆਂ ਪ੍ਰੋਪਰਟੀ ਆਪਾਂ ਮੈਟਲ ਦੇ ਵਿੱਚ ਪੜ੍ਹੀਆਂ ਸੀ ਉਹਦਾ ਅਪੋਜ਼ਿਟ ਹੋਊਗਾ ਨੋਨ ਮੈਟਲ ਦੇ ਵਿੱਚ, ਕਿ ਤਨ ਜਿਹੜੀਆਂ ਇਹ ਚੀਜ਼ਾਂ ਨਹੀਂ ਕਰਦੀਆਂ, ਇਹ ਕੋਈ ਵੀ ਕਿਸੇ ਤਰ੍ਹਾਂ ਦੀ ਆਵਾਜ਼ ਨੇ ਜਿਹੜੀ ਨਹੀਂ ਦਿੰਦੀਆਂ। ਨੈਕਸਟ ਇਹਨੂੰ ਆਪਾਂ ਕੀ ਹੈਗਾ, ਇਹਨਾਂ ਦੀ ਕੋਈ ਵੀ ਚਮਕ ਨਹੀਂ ਹੁੰਦੀ। ਠੀਕ ਹੈ, ਪਰ ਦੇਖੋ ਆਪਾਂ ਪੜ੍ਹਿਆ ਕਿ ਇਹਨਾਂ ਦੀ ਕੋਈ ਵੀ ਚਮਕ ਨਹੀਂ ਹੁੰਦੀ, ਪਰ ਆਪਾਂ ਇਸ ਚੀਜ਼ 'ਤੇ ਰੱਟਾ ਨਹੀਂ ਚਾੜਨਾ ਕਿ ਇਹਨਾਂ ਦੀ ਕੋਈ ਵੀ ਚਮਕ ਨਹੀਂ ਹੁੰਦੀ, ਕਿਉਂਕਿ ਆਇਓਡੀਨ ਸਿਰਫ ਇੱਕ ਇਹੋ ਜਿਹਾ ਕੇਸ ਹੈ ਜਿਹੜਾ ਕੀ ਹੈ ਨੋਨ ਮੈਟਲ ਵੀ ਆ ਪਰ ਫਿਰ ਵੀ ਇਹ ਚਮਕੀਲਾ ਹੁੰਦਾ। ਨਮਕ ਜਿਹੜਾ ਆਪਾਂ ਘਰਾਂ 'ਚ ਯੂਜ਼ ਕਰਦੇ ਹਾਂ ਉਹ ਨੋਨ ਮੈਟਲ ਦੀ ਐਗਜ਼ਾਮਪਲ ਹੈ, ਪਰ ਫਿਰ ਵੀ ਉਹ ਕੀ ਆ, ਚਮਕੀਲਾ ਹੁੰਦਾ ਗਾ। ਠੀਕ ਹੈ, ਨੈਕਸਟ ਪ੍ਰੋਪਰਟੀ ਹੈਗੀ ਜਿਹੜੇ ਮੈਟਲ ਨੇ ਉਹ ਬੇਸਿਕ ਆਕਸਾਈਡ ਬਣਾਉਂਦੀਆਂ ਨੇ। ਮੈਟਲਸ ਨੇ ਜਿਹੜੀਆਂ ਬੇਸਿਕ ਆਕਸਾਈਡ ਬਣਾਉਂਦੀਆਂ ਨੇ, ਜਿਵੇਂ ਮੈਗਨੀਸ਼ੀਅਮ ਆਕਸਾਈਡ MgO। ਠੀਕ ਹੈ, ਅਤੇ ਜਿਹੜੀਆਂ ਨੋਨ ਮੈਟਲ ਨੇ ਉਹ ਕੀ ਹੈ, ਐਸਿਡਿਕ ਆਕਸਾਈਡ ਬਣਾਉਂਦੀਆਂ ਨੇ। ਮੈਟਲ ਨੇ ਜਿਹੜੀਆਂ ਬੇਸਿਕ ਆਕਸਾਈਡ ਬਣਾਉਂਦੀਆਂ ਨੇ, ਨੋਨ ਮੈਟਲ ਨੇ ਐਸਿਡਿਕ ਆਕਸਾਈਡ ਬਣਾਉਂਦੀਆਂ ਨੇ। ਇੱਥੋਂ 2 ਸਿੱਧੇ MCQ ਬਣਦੇ ਆ ਕਿ ਮੈਟਲਸ ਦੇ ਆਕਸਾਈਡ ਕਿਹੋ ਜਿਹੇ ਹੁੰਦੇ ਆ, ਨੋਨ ਮੈਟਲ ਦੇ ਆਕਸਾਈਡਸ ਨੇ ਜਿਹੜੇ ਕਿਸ ਤਰ੍ਹਾਂ ਦੇ ਹੁੰਦੇ ਆ। ਇਹ ਆਪਾਂ ਇਹਨਾਂ ਦੀਆਂ ਫਿਜ਼ੀਕਲ ਪ੍ਰੋਪਰਟੀਆਂ ਬਾਰੇ ਪੜ੍ਹਿਆ ਸੀਗਾ। ਨੈਕਸਟ ਆਪਣੇ ਕੋਲ ਹੈਗੀਆਂ ਨੇ ਕੈਮੀਕਲ ਪ੍ਰੋਪਰਟੀਜ਼। ਕੈਮੀਕਲ ਪ੍ਰੋਪਰਟੀਜ਼ ਕੀ, ਜਿਹੜੀ ਮੈਟਲਸ ਨੇ ਕਿਹਦੇ ਨਾਲ ਰਿਐਕਟ ਕਰਦੀਆਂ ਨੇ। ਤਾਂ ਸਭ ਤੋਂ ਪਹਿਲੀ ਪ੍ਰੋਪਰਟੀ ਹੈਗੀ ਹੈ ਰਿਐਕਸ਼ਨ ਵਿਦ ਏਅਰ, ਕਿ ਜਿਹੜੀ ਮੈਟਲਸ ਨੇ ਉਹਨਾਂ ਨੂੰ ਆਪਾਂ ਆਕਸੀਜਨ ਦੇ ਨਾਲ, ਏਅਰ ਨਾਲ ਰਿਐਕਟ ਕਰਵਾ ਸਕਦੇ ਹਾਂ ਜਾਂ ਨਹੀਂ ਕਰਵਾ ਸਕਦੇ। ਆਪਾਂ ਨੂੰ ਇਹ ਤਾਂ ਪਤਾ ਹੈ ਕਿ ਜਿਹੜਾ ਆਕਸੀਜਨ ਹੈ ਉਹਦੀ ਜਿਹੜੀ ਵਰਤੋਂ ਆਪਾਂ ਕਿੱਥੇ ਕਰਦੇ ਹਾਂ, ਕੰਬਸਸ਼ਨ ਦੇ ਵਿੱਚ, ਜਲਣ ਕਿਰਿਆ ਦੇ ਵਿੱਚ, ਕਿਉਂਕਿ ਕਿਸੇ ਵੀ ਚੀਜ਼ ਨੂੰ ਜਲਾਉਣ ਵਾਸਤੇ ਆਪਾਂ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਦੇਖੋ ਮੈਟਲਸ ਕੈਨ ਬਰਨ ਇਨ ਏਅਰ, ਰਿਐਕਟ ਔਰ ਡੂ ਨਾਟ ਰਿਐਕਟ ਵਿਦ ਏਅਰ। ਮੈਟਲਸ ਨੇ ਜਿਹੜੀਆਂ ਉਹ ਕੀ ਰਿਐਕਟ ਕਰ ਵੀ ਸਕਦੀਆਂ ਨੇ, ਨਹੀਂ ਵੀ ਕਰ ਸਕਦੀਆਂ। ਜਿਵੇਂ ਦੇਖੋ ਮੈਟਲ ਹੈ ਜਿਹੜੀ ਕਹਿੰਦੇ ਆਕਸੀਜਨ ਨਾਲ ਰਿਐਕਟ ਕਰਕੇ ਕੀ ਬਣਾਊਗੀ, ਮੈਟਲ ਆਕਸਾਈਡ, ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ MgO, ਮੈਗਨੀਸ਼ੀਅਮ ਆਕਸਾਈਡ ਬਣਾਤਾ। ਠੀਕ ਹੈ, ਕੁਛ ਕੁ ਜਿਹੜੀਆਂ ਮੈਟਲਸ ਨੇਗੀਆਂ ਉਹ ਬਹੁਤ ਜ਼ਿਆਦਾ ਰਿਐਕਟ ਕਰਦੀਆਂ ਨੇ, ਤਾਂ ਕਰਕੇ ਜਿਵੇਂ ਆਪਾਂ ਪਿੱਛੇ ਪੜ੍ਹਿਆ ਸੋਡੀਅਮ ਅਤੇ ਪੋਟਾਸ਼ੀਅਮ, ਇਹ ਇੰਨੀਆਂ ਜ਼ਿਆਦਾ ਰਿਐਕਟਿਵ ਹੁੰਦੀਆਂ ਨੇ ਕਿ ਅਗਰ ਇਹ ਆਕਸੀਜਨ ਹਵਾ ਦੇ ਸੰਪਰਕ ਦੇ ਵਿੱਚ ਆ ਗਏ ਤਾਂ ਇਹ ਕੀ ਜਲ ਜਾਂਦੀਆਂ ਨੇ, ਉਹਦੀ ਅੱਗ ਲੱਗ ਜਾਂਦੀ ਹੈ ਨਾਲ ਦੀ ਨਾਲ। ਤਾਂ ਇਹਨਾਂ ਨੂੰ ਆਪਾਂ ਕੀ ਕਰਦੇ ਹਾਂ, ਕੈਰੋਸੀਨ ਦੇ ਆਇਲ ਦੇ ਵਿੱਚ ਡਿਬੋ ਕੇ ਰੱਖਦੇ ਹਾਂ, ਇਮਰਸ ਕਰਕੇ ਡਿਬੋ ਕੇ ਰੱਖਦੇ ਹਾਂ। ਕਿਹਨੂੰ ਸੋਡੀਅਮ ਅਤੇ ਪੋਟਾਸ਼ੀਅਮ ਨੂੰ ਆਪਾਂ ਕੈਰੋਸੀਨ ਆਇਲ ਦੇ ਵਿੱਚ ਪਾ ਕੇ ਰੱਖਦੇ ਹਾਂ। ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸੋਡੀਅਮ ਅਤੇ ਪੋਟਾਸ਼ੀਅਮ ਨੂੰ ਕੈਰੋਸੀਨ ਆਇਲ ਦੇ ਵਿੱਚ ਕਿਉਂ ਪਾ ਕੇ ਰੱਖਦੇ ਹਾਂ, ਕਿਉਂਕਿ ਉਹ ਰਿਐਕਟ ਕਰ ਜਾਂਦੀਆਂ ਨੇ ਹਵਾ ਅਤੇ ਪਾਣੀ ਦੇ ਨਾਲ, ਅਤੇ ਉਹਨਾਂ ਨੂੰ ਕੀ ਆ, ਅੱਗ ਲੱਗ ਜਾਂਦੀ ਹੈ। ਠੀਕ ਹੈ, ਕੁਛ ਮੈਟਲਸ ਨੇ ਜਿਵੇਂ Mg, ਮੈਗਨੀਸ਼ੀਅਮ, ਐਲੂਮੀਨੀਅਮ, ਜ਼ਿੰਕ, ਲੈਡ, ਇਹ ਕੀ ਬਹੁਤ ਹੌਲੀ ਰਿਐਕਟ ਕਰਦੀਆਂ ਨੇ ਏਅਰ ਦੇ ਨਾਲ। ਠੀਕ ਹੈ, ਬਹੁਤ ਹੌਲੀ ਜਾਂ ਬਹੁਤ ਘੱਟ ਰਿਐਕਟ ਕਰਦੀਆਂ ਨੇ, ਤਾਂ ਕਰਕੇ ਆਪਾਂ ਇਹਨਾਂ ਦੀ ਪਰਤ ਵੀ ਚੜ੍ਹਾ ਦਿੰਦੇ ਹਾਂ ਕਈ ਇਹੋ ਜਿਹੀਆਂ ਚੀਜ਼ਾਂ 'ਤੇ ਜਿਹਨਾਂ ਨੂੰ ਆਪਾਂ ਨੂੰ ਕੀ ਡਰ ਹੁੰਦਾ, ਜਿਵੇਂ ਕਿ ਲੋਹੇ ਦੀਆਂ ਬਣੀਆਂ ਹੋਈਆਂ ਕੋਈ ਵੀ ਚੀਜ਼ਾਂ ਨੇ, ਗੇਟ ਵਗੈਰਾ ਨੇ, ਆਪਾਂ ਉਹਨਾਂ 'ਤੇ ਜ਼ਿੰਕ ਜਾਂ ਐਲੂਮੀਨੀਅਮ ਦੀ ਪਰਤ ਚੜ੍ਹਵਾ ਦਈਏ ਤਾਂ ਜੋ ਉਹਨਾਂ ਨੂੰ ਕੀ ਜੰਗ ਨਾ ਲੱਗੇ। ਠੀਕ ਹੈ, ਇਹ ਪ੍ਰੋਟੈਕਟ ਕਰਨ ਵਾਸਤੇ ਵੀ ਯੂਜ਼ ਕੀਤੀਆਂ ਜਾਂਦੀਆਂ ਨੇ, ਕਿਉਂਕਿ ਇਹ ਜਲਦੀ ਖਰਾਬ ਨਹੀਂ ਹੁੰਦੀਆਂ। ਨੈਕਸਟ ਹੈਗਾ ਦੇਖੋ Mg, ਮੈਗਨੀਸ਼ੀਅਮ ਕੈਨ ਆਲਸੋ ਬਰਨ ਇਨ ਏਅਰ ਵਿਦ ਵਾਈਟ ਡੈਜ਼ਲਿੰਗ ਲਾਈਟ ਔਰ ਫਾਰਮ ਇਟਸ ਆਕਸਾਈਡ। ਆਪਾਂ ਪਿਛਲੀਆਂ ਕੈਮੀਕਲ ਇਕੁਏਸ਼ਨ ਵਾਲੀ ਵੀਡੀਓ ਦੇ ਵਿੱਚ ਪੜ੍ਹਿਆ ਸੀਗਾ ਕਿ ਜਿਹੜੀ ਮੈਗਨੀਸ਼ੀਅਮ ਹੈ ਉਹ ਕੀ ਹੈ, ਰਿਐਕਟ ਕਰਦੀ ਹੈ ਆਕਸੀਜਨ ਦੇ ਨਾਲ। ਮੈਗਨੀਸ਼ੀਅਮ ਰਿਬਨ ਪੜ੍ਹਿਆ ਸੀ ਆਪਾਂ ਨੇ, ਮੈਗਨੀਸ਼ੀਅਮ ਦਾ ਆਕਸਾਈਡ ਬਣਦਾ ਜਿਹਦਾ ਕਲਰ ਵਾਈਟ ਹੁੰਦਾ। ਠੀਕ ਹੈ, ਮੈਗਨੀਸ਼ੀਅਮ ਦਾ ਆਕਸਾਈਡਸ ਬਣਦਾ, ਤਾਂ ਆਪਾਂ ਕਿਹਾ ਵੀ ਬਰਨ ਕਰਕੇ ਏਅਰ ਦੇ ਨਾਲ ਮੈਗਨੀਸ਼ੀਅਮ ਆਕਸਾਈਡਸ ਬਣਾਉਂਦੀ ਆ। ਨੈਕਸਟ ਹੈਗਾ ਵੀ ਫੈਰਿਕ ਅਤੇ ਕੋਪਰ, ਇਹ ਕੀ ਆ, ਬਰਨ ਨਹੀਂ ਕਰਦੇ ਏਅਰ ਦੇ ਵਿੱਚ, ਬਟ ਵਿਦ ਆਕਸੀਜਨ ਟੂ ਫੋਰਮ ਆਕਸਾਈਡ ਵੈਨ ਹੀਟਡ ਆਇਰਨ ਫੀਲਿੰਗਸ ਬਰਨ ਵੈਨ। ਇਹਦੇ ਵਿੱਚ ਕੀ ਹੈ ਕਿ ਰਿਐਕਟ ਨਹੀਂ ਕਰਨਗੇ, ਠੀਕ ਹੈ, ਪਰ ਆਕਸੀਜਨ ਨਾਲ ਕੰਬਾਈਨ ਹੋ ਜਾਣਗੇ। ਰਿਐਕਟ ਨਹੀਂ ਕਰਨਗੇ ਪਰ ਆਕਸੀਜਨ ਨਾਲ ਕੰਬਾਈਨ ਹੋ ਜਾਣਗੇ। ਠੀਕ ਹੈ, ਅਤੇ ਅਲੱਗ-ਅਲੱਗ ਕਲਰ ਦੀ ਆਪਾਂ ਨੂੰ ਫਲੇਮ ਦੇਣਗੇ। ਕੋਈ ਵੀ ਕੰਪਾਊਂਡ, ਜਿਵੇਂ ਮੈਗਨੀਸ਼ੀਅਮ ਜਿਹੜਾ ਵਾਈਟ ਕਲਰ ਦਾ ਕੰਪਾਊਂਡ ਦੇ ਰਿਹਾ ਆਪਾਂ ਨੂੰ, ਤਾਂ ਜਦੋਂ ਫਲੇਮ ਕੋਈ ਜਲਦੀ ਆ, ਲਾਈਟ ਨਿਕਲਦੀ ਆ, ਉਹ ਵੀ ਅਲੱਗ-ਅਲੱਗ ਕਲਰਾਂ ਦੀ ਹੁੰਦੀ ਆ। ਠੀਕ ਹੈ, ਦੇਖੋ ਨੈਕਸਟ ਹੈਗਾ ਮੈਟਲ ਲਾਈਕ ਸਿਲਵਰ, ਪਲੈਟੀਨਮ, ਗੋਲਡ ਡੋਂਟ ਬਰਨ ਔਰ ਰਿਐਕਟ ਵਿਦ ਏਅਰ।
ਜਿਹੜੀਆਂ ਇਹ ਮੈਟਲਸ ਨੇ ਜਿਵੇਂ ਸਿਲਵਰ, ਪਲਾਟੀਨਮ, ਗੋਲਡ, ਇਹ ਤਾਂ ਆਪਾਂ ਦੇਖਦੇ ਹੀ ਹਾਂ, ਆਪਣੇ ਗੋਲਡ ਪਹਿਨਿਆ ਹੁੰਦਾ, ਆਪਣੇ ਉਹਦੇ ਨਾਲ ਪਾਣੀ ਵੀ ਲੱਗਦਾ ਰਹਿੰਦਾ ਹਮੇਸ਼ਾ, ਹਵਾ ਵੀ ਲੱਗਦੀ ਰਹਿੰਦੀ ਹੈ, ਪਰ ਉਹ ਫਿਰ ਵੀ ਕੀ ਹੈ, ਖਰਾਬ ਨਹੀਂ ਹੁੰਦਾ। ਸਿਲਵਰ, ਚਾਂਦੀ ਵੀ ਐਵੇਂ ਹੁੰਦਾ। ਤਾਂ ਇਹ ਕੁਛ ਇਹੋ ਜਿਹੀਆਂ ਮੈਟਲਸ ਨੇ ਜਿਹੜੀਆਂ ਬਰਨ ਨਹੀਂ ਕਰਦੀਆਂ ਆਕਸੀਜਨ ਦੇ ਜਾਂ ਏਅਰ ਦੇ ਸੰਪਰਕ ਦੇ ਵਿੱਚ ਆ ਕੇ, ਠੀਕ ਹੈ। ਇਹ ਸਿਰਫ ਕੀ ਕਰਨਗੇ, ਆਕਸਾਈਡਸ ਬਣਾ ਦੇਣਗੇ ਵੀ ਉਹਦੀ ਲੇਅਰਸ ਨੇ ਜਿਹੜੀਆਂ ਹੌਲੀ ਹੌਲੀ ਖਰਾਬ ਹੋਣ ਲੱਗ ਜਾਣ, ਜਿਵੇਂ ਕਿ ਚਾਂਦੀ ਦਾ ਕਲਰ ਕਾਲਾ ਪੈਣ ਲੱਗ ਜਾਂਦਾ, ਠੀਕ ਹੈ, ਕੋਪਰ ਦਾ ਕਲਰ ਹੈ ਜਿਹੜਾ ਗ੍ਰੀਨ ਹੋਣ ਲੱਗ ਜਾਂਦਾ। ਇਸ ਤਰ੍ਹਾਂ ਹੋ ਸਕਦਾ ਕਿ ਸੋਡੀਅਮ, ਮੈਗਨੀਸ਼ੀਅਮ, ਕਾਪਰ, ਐਲੂਮੀਨੀਅਮ ਸਾਰੇ ਆਕਸੀਜਨ ਨਾਲ ਰਿਐਕਟ ਕਰਕੇ ਆਪਣੇ ਆਪਣੇ ਆਕਸਾਈਡਸ ਬਣਾ ਦੇਣਗੇ। ਨੈਕਸਟ ਹੈਗਾ ਆਪਣੇ ਕੋਲ ਐਮਫੋਟੈਰਿਕ। ਐਮਫੋਟੈਰਿਕ ਦਾ ਕੀ ਮਤਲਬ ਹੈ? ਐਮਫੋਟੈਰਿਕ ਦਾ ਮਤਲਬ ਹੁੰਦਾ ਦੋਹਰਾ ਵਿਵਹਾਰ, ਮਤਲਬ ਕਿ ਜਿਹੜੇ ਆਪਣੇ ਕੋਲ ਕੰਪਾਊਂਡਸ ਨੇ ਉਹ ਐਸਿਡ ਦੀ ਤਰ੍ਹਾਂ ਵੀ ਬਿਹੇਵ ਕਰਨਗੇ, ਬੇਸਿਸ ਦੀ ਤਰ੍ਹਾਂ ਵੀ ਬਿਹੇਵ ਕਰਨਗੇ, ਜਾਂ ਫਿਰ ਇਹੋ ਜਿਹੇ ਆਕਸਾਈਡਸ ਜਿਹੜੇ ਐਸਿਡਾਂ ਦੇ ਨਾਲ ਵੀ ਰਿਐਕਟ ਕਰ ਸਕਦੇ ਆ, ਬੇਸਿਸ ਦੇ ਨਾਲ ਵੀ ਰਿਐਕਟ ਕਰ ਸਕਦੇ ਆ। ਐਮਫੋਟੈਰਿਕ ਦਾ ਮਤਲਬ ਹੁੰਦਾ ਦੋਨੇ ਤਰ੍ਹਾਂ ਦਾ ਸੁਭਾਅ ਹੈ, ਠੀਕ ਹੈ। ਜਿਵੇਂ ਆਪਣੇ ਕੋਲ ਉਹ ਮੈਟਲ ਆਕਸਾਈਡ ਜਿਹੜੇ ਐਸਿਡਾਂ ਦੇ ਨਾਲ ਵੀ ਰਿਐਕਟ ਕਰ ਜਾਣਗੇ, ਬੇਸਿਸ ਦੇ ਨਾਲ ਵੀ ਰਿਐਕਟ ਕਰ ਜਾਣਗੇ, ਉਹ ਤੇ ਰਿਐਕਟ ਕਰਕੇ ਬਣਾਉਣਗੇ ਕੀ, ਆਪਾਂ ਨੂੰ ਪੜ੍ਹਿਆ ਆਪਾਂ ਪਿਛਲੇ ਚੈਪਟਰ ਦੇ ਵਿੱਚ ਕਿ ਕੋਈ ਵੀ ਐਸਿਡ ਜਾਂ ਬੇਸ ਆਕਸਾਈਡ ਦੇ ਨਾਲ ਰਿਐਕਟ ਕਰਕੇ ਕੀ ਬਣਾਉਂਦਾ ਹੈਗਾ, ਸਾਲਟ ਬਣਾਉਂਦਾ, ਨਾਲ ਕੀ ਬਣਾਉਂਦਾ ਹੈ, ਵਾਟਰ। ਤਾਂ ਆਪਣੇ ਕੋਲ Al2O3 ਪਹਿਲਾਂ ਆਪਾਂ ਨੇ ਐਸਿਡ ਦੇ ਨਾਲ ਰਿਐਕਟ ਕਰਵਾਇਆ, ਰਿਐਕਸ਼ਨ ਹੋ ਗਿਆ, ਆਪਣੇ ਕੋਲ ਕੀ ਬਣਿਆ, ਵਾਟਰ, ਇਹ ਕੀ ਬਣਿਆ, ਸਾਲਟ। ਫਿਰ ਆਪਾਂ ਨੇ ਬੇਸ ਦੇ ਨਾਲ ਰਿਐਕਟ ਕਰਵਾਇਆ, ਸਾਲਟ ਬਣ ਗਿਆ, ਨਾਲ ਕੀ ਬਣ ਗਿਆ, ਵਾਟਰ। ਇਸ ਤਰ੍ਹਾਂ ਰਿਐਕਸ਼ਨ ਹੁੰਦਾ ਗਾ। ਇਹ ਆਪਾਂ ਰਿਐਕਸ਼ਨਸ ਪੜ੍ਹੇ ਸੀ ਸਾਰੇ ਮੈਟਲਸ ਦੇ ਏਅਰ ਦੇ ਨਾਲ, ਠੀਕ ਹੈ। ਹੁਣ ਆਪਾਂ ਰਿਐਕਸ਼ਨ ਪੜ੍ਹਾਂਗੇ ਵਿਦ ਵਾਟਰ। ਰਿਐਕਟਿੰਗ ਵਿਦ ਕੋਲਡ ਵਾਟਰ ਐਗਜ਼ਾਮਪਲ, ਹੁਣ ਕਈ ਮੈਟਲਸ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਠੰਡੇ ਪਾਣੀ ਨਾਲ ਵੀ ਰਿਐਕਟ ਕਰ ਜਾਣਗੀਆਂ, ਕਈ ਇਹੋ ਜਿਹੀਆਂ ਨੇ ਜਿਹੜੀਆਂ ਗਰਮ ਪਾਣੀ ਨਾਲ ਰਿਐਕਟ ਕਰਨਗੀਆਂ, ਕਈ ਇਹੋ ਜਿਹੇ ਨੇ ਜਿਨ੍ਹਾਂ ਵਾਸਤੇ ਬਹੁਤ ਜ਼ਿਆਦਾ ਗਰਮ ਕਰਨਾ ਪਊ ਵਾਟਰ ਨੂੰ, ਮਤਲਬ ਕਿ ਆਪਾਂ ਉਹਨੂੰ ਇੰਨਾ ਜ਼ਿਆਦਾ ਗਰਮ ਕਰਾਂਗੇ ਕਿ ਉਹਦੀ ਭਾਫ ਬਣਾ ਦਾਂਗੇ, ਐਕਸਟ੍ਰੀਮ ਲੈਵਲ ਤੱਕ ਲੈ ਗਏ, ਸਟੀਮ ਬਣਾਤੀ, ਉਹਦੀ ਭਾਫ ਬਣਾਤੀ ਬਿਲਕੁਲ, ਉਦੋਂ ਰਿਐਕਟ ਕਰਨਗੇ। ਤਾਂ ਆਪਣੇ ਕੋਲ 3 ਟਾਈਪ ਦੀਆਂ ਕੈਟਾਗਰੀਜ਼ ਹੋ ਗਈਆਂ ਮੈਟਲ ਨੇ ਜਿਹੜੀਆਂ, ਇਹ ਵਾਲੀਆਂ ਤਿੰਨੇ ਕਿਹੜੀਆਂ ਨੇ, ਜਿਹੜੀਆਂ ਠੰਡੇ ਪਾਣੀ ਨਾਲ ਵੀ ਰਿਐਕਟ ਕਰ ਜਾਣਗੀਆਂ, ਵੀ ਪਾਣੀ ਦੇ ਸੰਪਰਕ 'ਚ ਆਈਆਂ ਨਾਲ ਦੀ ਨਾਲ ਰਿਐਕਟ ਕਰ ਗਈਆਂ, ਜਿਵੇਂ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ। ਨੈਕਸਟ ਹੈਗੀਆਂ ਨੇ ਜਿਹੜੀਆਂ ਹੌਟ ਵਾਟਰ, ਗਰਮ ਪਾਣੀ ਨਾਲ ਰਿਐਕਟ ਕਰਨਗੀਆਂ, ਜਿਵੇਂ ਮੈਗਨੀਸ਼ੀਅਮ, ਠੀਕ ਹੈ। ਰਿਐਕਟ ਵਿਦ ਸਟੀਮ, ਮਤਲਬ ਕਿ ਬਹੁਤ ਜ਼ਿਆਦਾ ਹਾਈ ਟੈਂਪਰੇਚਰ 'ਤੇ ਗਰਮ ਕਰਾਂਗੇ, ਭਾਫ ਬਣ ਗਈ ਉਹਦੇ ਨਾਲ ਰਿਐਕਟ ਕਰਨਗੀਆਂ ਫੈਰਿਕ ਅਤੇ ਐਲੂਮੀਨੀਅਮ, ਠੀਕ ਹੈ। ਇਹ ਯਾਦ ਰੱਖਣਾ, ਡਾਇਰੈਕਟ ਕੁਐਸਚਨ ਆ ਸਕਦਾ ਕਿ ਕਿਹੜੀਆਂ ਨੇ ਜਿਹੜੀਆਂ ਠੰਡੇ ਪਾਣੀ ਨਾਲ ਰਿਐਕਟ ਕਰਦੀਆਂ ਨੇ, ਕਿਹੜੀਆਂ ਗਰਮ ਪਾਣੀ ਨਾਲ ਰਿਐਕਟ ਕਰਦੀਆਂ ਨੇ, ਅਤੇ ਕਿਹੜੀਆਂ ਸਟੀਮ ਦੇ ਨਾਲ ਰਿਐਕਟ ਕਰਦੀਆਂ ਨੇ। ਦੇਖੋ ਇਹ ਕਿਵੇਂ ਰਿਐਕਸ਼ਨ ਦਿੰਦੀਆਂ ਨੇ ਆਪਣੇ ਕੋਲ। ਸੋਡੀਅਮ ਹੈ ਜਿਹੜੀ ਵਾਟਰ ਨਾਲ ਰਿਐਕਟ ਕਰਕੇ ਕੀ ਦਊਗੀ, ਵਾਟਰ ਨੂੰ ਆਪਾਂ ਕਿਵੇਂ ਤੋੜ ਸਕਦੇ ਹਾਂ, H ਪੋਜ਼ੀਟਿਵ ਪਲੱਸ OH ਨੈਗੇਟਿਵ। ਆਪਾਂ ਨੂੰ ਪਤਾ ਸੋਡੀਅਮ ਕੋਲੇ ਪੋਜ਼ੀਟਿਵ ਚਾਰਜ ਹੁੰਦਾ, ਠੀਕ ਹੈ। ਸੋਡੀਅਮ ਕੀ ਕਰੂਗਾ, ਕੰਬਾਈਨ ਕਰ ਜੂਗਾ OH ਦੇ ਨਾਲ, ਅਤੇ ਪਲੱਸ ਕੀ ਦੇ ਦੂਗਾ, H2। ਜਦੋਂ ਵੀ ਕੋਈ ਮੈਟਲ ਵਾਟਰ ਨਾਲ ਰਿਐਕਟ ਕਰਦੀ ਹੈ ਤਾਂ ਕੀ ਦਿੰਦੀ ਆਪਾਂ ਨੂੰ, ਹਾਈਡਰੋਜਨ ਗੈਸ, ਠੀਕ ਹੈ। ਅਤੇ ਆਪਣੇ ਆਕਸਾਈਡਸ, ਹਾਈਡਰੋਕਸਾਈਡ ਕਹਿ ਦਿੰਦੇ ਆਪਾਂ। ਨੈਕਸਟ ਆਪਣਾ ਹੈਗਾ, ਇਨ ਕੇਸ ਆਫ ਕੈਲਸ਼ੀਅਮ ਔਰ ਮੈਗਨੀਸ਼ੀਅਮ ਦਾ ਮੈਟਲ ਸਟਾਰਟ ਫਲੋਟਿੰਗ ਡਿਊ ਟੂ ਡਬਲਿੰਗ ਆਫ ਹਾਈਡਰੋਜਨ ਗੈਸ ਸਟਿਕਿੰਗ ਟੂ ਇਟਸ ਸਰਫੇਸ। ਦੇਖੋ ਸਭ ਤੋਂ ਪਹਿਲਾਂ ਤਾਂ ਕਿ ਆਪਾਂ ਨੂੰ ਪਤਾ ਕਿਵੇਂ ਚੱਲੂਗਾ ਵੀ ਹਾਈਡਰੋਜਨ ਗੈਸ ਪੈਦਾ ਹੋਈ ਆ, ਠੀਕ ਹੈ, ਕਿਉਂਕਿ ਹਾਈਡਰੋਜਨ ਆ ਜਿਹੜੀ ਉਹ ਕੀ ਕਲਰਲੈਸ, ਆਰਡਰਲੈਸ ਗੈਸ ਹੈ, ਨਾ ਹੀ ਤਾਂ ਉਹਦਾ ਕੋਈ ਕਲਰ ਹੁੰਦਾ, ਨਾ ਹੀ ਉਹਦੀ ਕੋਈ ਸਮੈਲ ਹੁੰਦੀ ਹੈ ਵੀ ਆਪਾਂ ਨੂੰ ਪਤਾ ਚੱਲ ਜਾਊਗਾ। ਤਾਂ ਆਪਾਂ ਕਿਵੇਂ ਆਈਡੀਆ ਲਗਾਵਾਂਗੇ ਕਿ ਹਾਈਡਰੋਜਨ ਗੈਸ ਪੈਦਾ ਹੋਈ ਆ। ਹਾਲਾਂਕਿ ਆਪਾਂ ਨੂੰ ਪਤਾ ਕਿ ਆਪਾਂ ਕੋਈ ਵੀ ਮੈਟਲ ਨੂੰ ਐਸਿਡ ਦੇ ਨਾਲ ਰਿਐਕਟ ਕਰਵਾਵਾਂਗੇ ਤਾਂ ਆਪਣੇ ਕੋਲੇ ਸਾਲਟ ਪਲੱਸ ਹਾਈਡਰੋਜਨ ਗੈਸ ਬਣੂਗੀ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਜਦੋਂ ਆਪਾਂ ਨੂੰ ਪਹਿਲਾਂ ਹੀ ਕਲੀਅਰ ਹੋਵੇ ਕਿ ਹਾਈਡਰੋਜਨ ਗੈਸ ਬਣ ਸਕਦੀ ਹੈ, ਆਪਾਂ ਕੀ ਕਰਾਂਗੇ, ਉਹਦੇ ਕੋਲੇ ਕੋਈ ਜਲਦੀ ਹੋਈ ਚੀਜ਼ ਲੈ ਕੇ ਆਵਾਂਗੇ, ਜਿਵੇਂ ਕਿ ਮੋਮਬੱਤੀ। ਤਾਂ ਜਦੋਂ ਆਪਾਂ ਮੋਮਬੱਤੀ ਉਹਦੇ ਕੋਲੇ ਲੈ ਕੇ ਆਵਾਂਗੇ ਤਾਂ ਆਪਾਂ ਨੂੰ ਕੀ ਇੱਕ ਆਵਾਜ਼ ਸੁਣਾਈ ਦਊਗੀ, ਸਪਾਰਕਿੰਗ ਦੀ ਇੱਕ ਆਵਾਜ਼ ਸੁਣਾਈ ਦਊਗੀ, ਕਿ ਜਿਸ ਤਰ੍ਹਾਂ ਛੋਟੇ ਛੋਟੇ ਜਿਹੇ ਪੌਪ ਸਾਊਂਡ ਪ੍ਰੋਡਿਊਸ ਹੋਊਗਾ ਆਪਣੇ ਕੋਲੇ, ਜਿਹਦੇ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੀ ਹਾਈਡਰੋਜਨ ਗੈਸ ਆ ਉਹ ਪੈਦਾ ਹੋਈ ਆ, ਠੀਕ ਹੈ। ਜਿਸ ਤਰ੍ਹਾਂ ਹੁਣ ਐਲੂਮੀਨੀਅਮ ਨੂੰ ਰਿਐਕਟ ਕਰਵਾਇਆ ਵਾਟਰ ਦੇ ਨਾਲ ਤਾਂ ਐਲੂਮੀਨੀਅਮ ਦਾ ਆਕਸਾਈਡ ਬਣ ਗਿਆ ਆਪਣੇ ਕੋਲ, ਨਾਲ ਕੀ ਬਣ ਗਈ, ਹਾਈਡਰੋਜਨ ਗੈਸ। ਇਸੇ ਤਰ੍ਹਾਂ ਨਾਲ ਆਪਣੇ ਕੋਲੇ ਫੈਰਿਕ ਨੂੰ ਰਿਐਕਟ ਕਰਵਾਇਆ ਵਾਟਰ ਦੇ ਨਾਲ ਅਤੇ ਆਪਣੇ ਕੋਲ ਕੀ ਬਣ ਗਏ, ਫੈਰਿਕ ਦੇ ਆਕਸਾਈਡਸ ਬਣ ਗਏ, ਠੀਕ ਹੈ। ਨੈਕਸਟ ਆਪਾਂ ਟਰਾਈ ਕਰਦੇ ਹਾਂ ਕਿ ਬੈਲੈਂਸ ਕਰੀਏ ਆਪਾਂ ਕੈਮੀਕਲ ਇਕੁਏਸ਼ਨ ਨੂੰ। ਵੈਸੇ ਆਪਾਂ ਸਿੱਖਿਆ ਹੋਇਆ ਨਾ ਬੈਲੈਂਸ ਕਰਨਾ, ਤਾਂ ਆਪਾਂ ਰਿਐਕਸ਼ਨ ਕਰਦੇ ਹਾਂ ਪਹਿਲਾਂ ਐਸਿਡਸ ਦੇ ਨਾਲ ਕਿਵੇਂ ਕਰਾਂਗੇ। ਤਾਂ ਇਹ ਆਪਾਂ ਨੂੰ ਪੱਕਾ ਕਿ ਕੈਮੀਕਲ ਇਕੁਏਸ਼ਨ ਚੈਪਟਰ ਤੋਂ ਹੀ ਕਲੀਅਰ ਹੋ ਗਿਆ ਸੀਗਾ ਕਿ ਜਦੋਂ ਵੀ ਕੋਈ ਮੈਟਲ ਕਿਸੇ ਵੀ ਐਸਿਡ ਦੇ ਨਾਲ ਰਿਐਕਟ ਕਰਦੀ ਹੈ ਤਾਂ ਉਹ ਸਾਲਟ ਦਿੰਦੀ ਹੈ, ਨਾਲ ਕੀ ਦਿੰਦੀ ਹੈ, ਹਾਈਡਰੋਜਨ ਗੈਸ। ਇਹਦੇ ਵਿੱਚ ਆਪਣੇ ਕੋਲ ਕਿੰਨੇ ਨੰਬਰ ਆਫ ਐਗਜ਼ਾਮਪਲਸ ਆਪਾਂ ਲੈ ਸਕਦੇ ਹਾਂ ਕਿ ਆਪਣੇ ਕੋਲ ਇੱਕ ਸਟਰੋਂਗ ਗੈਸ ਲੈ ਲਿਆ ਆਪਾਂ ਨੇ HCl, ਇਹਨੂੰ ਆਪਾਂ ਨੇ ਡਿਲਿਊਟ ਕਰਕੇ ਲਿਆ ਹੋਇਆ। ਡਿਲਿਊਟ ਕਰਨ ਦਾ ਮਤਲਬ ਹੁੰਦਾ ਕਿ ਉਹਦੀ ਕੰਸਨਟ੍ਰੇਸ਼ਨ ਘਟਾਤੀ, ਉਹਦੇ ਵਿੱਚ ਵਾਟਰ ਐਡ ਕਰਤਾ ਆਪਾਂ ਨੇ। ਤਾਂ ਆਪਾਂ ਨੂੰ ਪਤਾ ਹੈ ਕੀ ਬਣੂਗਾ ਆਪਣੇ ਕੋਲ, ਫੈਰਿਕ ਕਲੋਰੀਨ ਨਾਲ ਲੱਗੂਗਾ, ਸਾਰੇ ਕਿਤੇ ਕੀ ਮੈਟਲਸ ਨੇ ਜਿਹੜੀਆਂ ਆਪਣੇ ਕਲੋਰਾਈਡਸ ਬਣਾ ਰਹੀਆਂ ਨੇ, ਅਤੇ ਨਾਲ ਕੀ ਰਿਲੀਜ਼ ਹੋ ਰਹੀ ਹੈ, ਹਾਈਡਰੋਜਨ ਗੈਸ, ਠੀਕ ਹੈ। ਇਹ ਸਾਰਿਆਂ ਦੇ ਵਿੱਚ ਹੀ ਐਵੇਂ ਹੋਊਗਾ।
ਐਕਸੈਪਸ਼ਨ ਹੋਊਗੀ ਤਾਂ ਆਪਾਂ ਦੇਖ ਲਾਂਗੇ। ਕਹਿੰਦੇ ਕਾਪਰ ਮਰਕਰੀ ਐਂਡ ਸਿਲਵਰ ਡੂ ਨਾਟ ਰਿਐਕਟ ਵਿਦ ਡਿਲੂਟ ਐਸਿਡਸ। ਐਕਸੈਪਸ਼ਨਲ ਕੇਸ ਆ ਗਿਆ ਕਿ ਕਾਪਰ ਮਰਕਰੀ ਐਂਡ ਸਿਲਵਰ, ਮਰਕਰੀ ਦਾ ਸਿੰਬਲ Hg, ਸਿਲਵਰ Ag। ਸਿੰਬਲ ਯਾਦ ਕਰਨੇ ਬਹੁਤ ਜ਼ਰੂਰੀ ਨੇ ਕਿ ਇਹ ਤਿੰਨੋਂ ਨੇ ਜਿਹੜੇ ਡਿਲੂਟ ਐਸਿਡ ਦੇ ਨਾਲ ਰਿਐਕਟ ਨਹੀਂ ਕਰਦੇ। ਕਲੀਅਰ ਹੈ ਜੀ। ਨੈਕਸਟ ਹੈਗਾ ਹਾਈਡਰੋਜਨ ਗੈਸ ਪ੍ਰੋਡਿਊਸ ਹੋਊਗੀ ਆਕਸੀਡਾਈਜ਼ਿੰਗ ਟੂ ਵਾਟਰ। ਜਦੋਂ ਮੈਟਲ ਰਿਐਕਟ ਕਰੂਗੀ ਕਿਸੇ ਵੀ ਐਸਿਡ ਦੇ ਨਾਲ ਤਾਂ ਹਾਈਡਰੋਜਨ ਗੈਸ ਪੈਦਾ ਹੋਊਗੀ। ਬਟ ਜਿਹੜਾ Mg ਤੇ Mn ਹੈ, ਮੈਗਨੀਸ਼ੀਅਮ ਤੇ ਮੈਂਗਨੀਜ਼, ਉਹ ਕੀ ਕਰਦੇ ਨੇ ਰਿਐਕਟ ਵਿਦ ਵੈਰੀ ਡਿਲੂਟ ਨਾਈਟ੍ਰਿਕ ਐਸਿਡ ਟੂ ਇਵੋਲਵ ਹਾਈਡਰੋਜਨ ਗੈਸ। ਕਿ ਇਹ ਕੀ ਹੈ ਡਿਲੂਟ ਨਾਈਟ੍ਰਿਕ ਐਸਿਡ ਦੇ ਨਾਲ ਰਿਐਕਟ ਕਰਨਗੇ ਹਾਈਡਰੋਜਨ ਗੈਸ ਦੇਣ ਦੇ ਵਾਸਤੇ। ਠੀਕ ਹੈ। ਫਿਰ ਆਪਣਾ ਆ ਗਿਆ ਰਿਐਕਸ਼ਨ ਆਫ ਮੈਟਲ ਵਿਦ ਅਦਰ ਮੈਟਲ ਸਾਲਟ, ਕਿ ਮੈਟਲ ਨੂੰ ਹੀ ਕਿਸੇ ਹੋਰ ਮੈਟਲ ਦੇ ਸਾਲਟ ਦੇ ਨਾਲ ਰਿਐਕਟ ਕਰਵਾਉਣਾ ਆਪਾਂ ਨੇ। ਤਾਂ ਕਿਵੇਂ ਕਰਵਾਵਾਂਗੇ ਆਪਾਂ ਨੇ ਮੰਨ ਲਓ ਕੋਈ ਮੈਟਲ ਲੈ ਲਈ A, ਕਿਸੇ ਮੈਟਲ ਦਾ ਸੋਲਿਊਸ਼ਨ ਲੈ ਲਿਆ B ਦਾ, ਉਹਨਾਂ ਨੂੰ ਰਿਐਕਟ ਕਰਾਤਾ ਤਾਂ ਆਪਣੇ ਕੋਲੇ ਸਾਲਟ ਸੋਲਿਊਸ਼ਨ ਬਣ ਜੂ A ਦਾ ਤੇ B ਮੈਟਲ ਕੀ ਲੈ ਜੂਗੀ ਲੈਫਟ। ਜਿਹੜੀ ਜ਼ਿਆਦਾ ਰਿਐਕਟਿਵ ਹੋਊਗੀ, ਜ਼ਿਆਦਾ ਹਾਈ, ਆਪਾਂ ਅੱਗੇ ਰਿਐਕਟਿਵਿਟੀ ਸੀਰੀਜ਼ ਦੇਖਾਂਗੇ, ਜਿਹੜੀ ਜ਼ਿਆਦਾ ਰਿਐਕਟਿਵ ਹੋਊਗੀ ਉਹ ਘੱਟ ਰਿਐਕਟਿਵ ਵਾਲੇ ਨੂੰ ਡਿਸਪਲੇਸ ਕਰ ਦੂ। ਫੋਰ ਐਗਜ਼ਾਮਪਲ ਇਹਦੀ ਐਗਜ਼ਾਮਪਲ ਆਪਾਂ ਪੜ੍ਹੀ ਸੀ ਪਿੱਛੇ ਚੈਪਟਰ 'ਚ ਕਿ Zn ਲਿਆ ਆਪਾਂ ਨੇ, ਕਿਸੇ ਮੈਟਲ ਦਾ ਸੋਲਿਊਸ਼ਨ ਲਿਆ ਤਾਂ ਆਪਣੇ ਕੋਲੇ ਕੀ ਬਣ ਗਿਆ ਇਹ A ਆ, ਦੇਖੋ ਜਿੰਕ A ਹੈ, ਇਹ ਕੀ ਹੈ B ਆ, ਸਾਲਟ ਸੋਲਿਊਸ਼ਨ ਹੋ ਗਿਆ B ਦਾ। ਤਾਂ ਇਹਦੇ ਵਿੱਚ ਕੀ ਹੈ ਜਿੰਕ ਕੀ ਮੋਰ ਰਿਐਕਟਿਵ ਹੈ ਦੈਨ ਕਾਪਰ, ਤਾਂ ਕੀ ਬਣ ਜੂ ZnSO4 + Cu। ਇਹ ਕੀ ਬਣ ਗਿਆ ਸਾਲਟ ਸੋਲਿਊਸ਼ਨ ਪਹਿਲੇ ਦਾ ਬਣ ਗਿਆ ਤੇ ਨਾਲ B ਕੀ ਬਣ ਗਈ ਮੈਟਲ ਬਣ ਗਈ। ਠੀਕ ਹੈ। ਇਸ ਤਰ੍ਹਾਂ ਨੇ ਜਿਹੜੀਆਂ ਮੈਟਲਸ ਨੇਗੀਆਂ ਮੈਟਲਸ ਦੇ ਨਾਲ ਵੀ ਰਿਐਕਟ ਕਰ ਸਕਦੀਆਂ ਨੇ। ਨੈਕਸਟ ਆਪਣੇ ਕੋਲ ਰਿਐਕਟਿਵਿਟੀ ਸੀਰੀਜ਼ ਦੇਖਾਂਗੇ ਆਪਾਂ ਕਿ ਰਿਐਕਟਿਵਿਟੀ ਸੀਰੀਜ਼ ਕਿਵੇਂ ਹੁੰਦੀ ਆ। ਦੇਖੋ ਰਿਐਕਟਿਵਿਟੀ ਸੀਰੀਜ਼ ਆਪਾਂ ਯਾਦ ਕਰਨੀ ਹੈ, ਕਿਸੇ ਵੀ ਤਰੀਕੇ ਨਾਲ ਆਪਾਂ ਯਾਦ ਕਰ ਸਕਦੇ ਹਾਂ ਇਸ ਨੂੰ। ਇਹਦੇ ਵਿੱਚ ਜਿਵੇਂ ਜਿਵੇਂ ਆਪਾਂ ਨੀਚੇ ਨੂੰ ਜਾਂਦੇ ਹਾਂ ਤਾਂ ਜਿਹੜੀ ਰਿਐਕਟਿਵਿਟੀ ਆ ਉਹ ਕੀ ਹੈ ਘਟਦੀ ਜਾਂਦੀ ਆ। ਇਹਦਾ ਮਤਲਬ ਜਿਹੜੀਆਂ ਉੱਪਰ ਵਾਲੀਆਂ ਨੇ ਆਹ ਵਾਲੀਆਂ ਇਹ ਕੀ ਹੈ ਮੋਰ ਰਿਐਕਟਿਵ ਨੇ। ਠੀਕ ਹੈ। ਜਿਹੜੇ ਨੀਚੇ ਵਾਲੀਆਂ ਨੇ ਕੀ ਨੇ ਲੈਸ ਰਿਐਕਟਿਵ ਨੇ। ਹੁਣ ਆਪਾਂ ਨੇ ਰਿਐਕਸ਼ਨ ਪੜ੍ਹਿਆ ਸੀ Zn ਤੇ ਕਾਪਰ ਦਾ CuSO4 ਤੇ ਆਪਾਂ ਨੇ ਰਿਐਕਟ ਕਰਵਾਤਾ ਸੀ ਕਿ ਆਪਣੇ ਕੋਲੇ ZnSO4 ਬਣ ਗਿਆ ਪਲੱਸ ਕੀ ਬਣ ਗਿਆ Cu ਬਣ ਗਿਆ। ਇਹਦਾ ਮਤਲਬ Zn ਜ਼ਿਆਦਾ ਸਟਰੋਂਗ ਹੈ ਤਾਂ ਹੀ ਉਹਨੇ ਕਾਪਰ ਨੂੰ ਡਿਸਪਲੇਸ ਕੀਤਾ। ਤਾਂ ਆਪਾਂ ਦੇਖਦੇ ਹਾਂ ਕਿ ਦੇਖੋ ਕਾਪਰ ਕੀ ਹੈ ਨੀਚੇ, Zn ਕੀ ਹੈ ਉੱਪਰ ਰਿਐਕਟਿਵਿਟੀ ਸੀਰੀਜ਼ ਦੇ ਵਿੱਚ। ਇਹਦਾ ਮਤਲਬ ਜਿਹੜਾ ਇਹ ਤੋਂ ਉੱਪਰ ਹੈ ਉਹ ਤਾਂ ਮੋਰ ਰਿਐਕਟਿਵ ਹੀ ਹੋ ਗਿਆ ਨਾ। ਅਗਰ ਇਹਨਾਂ ਦੇ ਵਿੱਚੋਂ ਕੋਈ ਆਊਗਾ ਤਾਂ ਉਹ ਜਿੰਕ ਨੂੰ ਵੀ ਡਿਸਪਲੇਸ ਕਰ ਦੇਣਗੇ ਕਿਉਂਕਿ ਉਹ ਇਸ ਤੋਂ ਵੀ ਜ਼ਿਆਦਾ ਰਿਐਕਟਿਵ ਨੇਗੇ। ਤਾਂ ਤੁਸੀਂ ਇਹ ਰਿਐਕਟਿਵਿਟੀ ਸੀਰੀਜ਼ ਨੂੰ ਚੰਗੀ ਤਰ੍ਹਾਂ ਲਰਨ ਕਰਨਾ ਹੈ ਕਿ ਪਹਿਲਾਂ ਕੌਣ ਜ਼ਿਆਦਾ ਰਿਐਕਟਿਵ ਹੈ ਫਿਰ ਕੌਣ ਘੱਟ ਹੈ, ਵਿਚਕਾਰ ਜਾ ਕੇ ਡਿਕਰੀਜ਼ ਹੋ ਜਾਂਦੀ ਹੈ, ਨੀਚੇ ਜਾਂਦੇ ਜਾਂਦੇ ਜਿਹੜੀ ਰਿਐਕਟਿਵਿਟੀ ਆ ਹਮੇਸ਼ਾ ਡਿਕਰੀਜ਼ ਕਰਦੀ ਰਹਿੰਦੀ ਆ। ਇਹਨਾਂ ਦੇ ਸੈਂਬਲ ਦੇ ਅਕੋਰਡਿੰਗ ਤੁਸੀਂ ਯਾਦ ਕਰ ਲੈਣਾ ਵੀ ਇਹ ਕਿਹਦਾ ਸੈਂਬਲ ਆ। ਇਹਦੇ ਤੁਸੀਂ ਨਾਲ ਨਾਲ ਲਿਖ ਵੀ ਲਿਓ ਇੱਥੇ ਵੀ ਪੋਟਾਸ਼ੀਅਮ ਦਾ ਹੈ, ਠੀਕ ਹੈ, ਸੋਡੀਅਮ ਦਾ ਹੈ, ਕੈਲਸ਼ੀਅਮ ਦਾ ਹੈ, ਮੈਗਨੀਸ਼ੀਅਮ ਦਾ, ਤਾਂ ਸੈਂਬਲ ਵੀ ਨਾਲ ਨਾਲ ਯਾਦ ਕਰ ਲਿਓ। ਆ ਮੈਟਲ ਕੈਨ ਡਿਸਪਲੇਸ ਆਲ ਦਾ ਮੈਟਲ ਫਰੋਮ ਦੇਅਰ ਕੰਪਾਊਂਡ ਵਿਚ ਆਰ ਬਿਲੋ। ਦੇਖੋ ਇਹਨਾਂ ਨੇ ਲਿਖਿਆ ਵੀ ਹੈ ਕਿ ਜਿਹੜੀ ਵੀ ਮੈਟਲ ਜਿਵੇਂ ਕਿ ਮੈਗਨੀਸ਼ੀਅਮ ਹੈ, ਠੀਕ ਹੈ, ਇਹ ਕਿਹਨੂੰ ਡਿਸਪਲੇਸ ਕਰ ਸਕਦੀ ਹੈ, ਇਹ ਇਹਨਾਂ ਤਿੰਨਾਂ ਨੂੰ ਨਹੀਂ ਕਰ ਸਕਦੀ, ਇਦੋਂ ਨੀਚੇ ਜਿਹੜੇ ਸਾਰੇ ਨੂੰ ਨਾ ਸਾਰਿਆਂ ਨੂੰ ਕਰ ਸਕਦੀ ਆ। ਠੀਕ ਹੈ। ਤਾਂ ਅਗਰ ਆਪਣੀ ਰਿਐਕਟਿਵਿਟੀ ਸੀਰੀਜ਼ ਯਾਦ ਹੋਊਗੀ ਤਾਂ ਹੀ ਆਪਾਂ ਦੱਸ ਸਕਦੇ ਹਾਂ ਕਿ ਕਿਹੜੀ ਮੈਟਲ ਕਿਹਨੂੰ ਡਿਸਪਲੇਸ ਕਰ ਸਕਦੀ ਆ, ਕਿਹਨੂੰ ਨਹੀਂ ਡਿਸਪਲੇਸ ਕਰ ਸਕਦੀ, ਹੈ ਨਾ, ਤਾਂ ਹੀ ਦੱਸ ਸਕਦੇ ਆਪਾਂ। ਤਾਂ ਆਪਾਂ ਜੇ ਨਹੀਂ ਕਰਾਂਗੇ ਰਿਐਕਟਿਵਿਟੀ ਸੀਰੀਜ਼ ਨੂੰ ਯਾਦ ਕਰਾਂਗੇ, ਪੜ੍ਹਾਂਗੇ ਕਿਹੜੇ ਕਿਹੜੇ ਐਕਸੈਪਸ਼ਨਲ ਕੇਸਿਸ ਨੇ, ਮੈਟਲਸ ਦੀਆਂ ਪ੍ਰੋਪਰਟੀਜ਼ ਪੜ੍ਹਾਂਗੇ, ਨੋਨ ਮੈਟਲਸ ਦੀਆਂ ਪ੍ਰੋਪਰਟੀਜ਼ ਪੜ੍ਹਾਂਗੇ। ਠੀਕ ਹੈ। ਅਗਰ ਇਹਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਜਾਂ ਤੁਸੀਂ ਕੁਛ ਸੁਜੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸੁਜੈਸਟ ਕਰ ਸਕਦੇ ਹੋ। ਟੈਲੀਗ੍ਰਾਮ ਚੈਨਲ ਦੇ ਵਿੱਚ ਜੁਆਇਨ ਕਰਕੇ ਉੱਥੇ ਵੀ ਆਪਣੇ ਸੁਜੈਸ਼ਨ ਦੇ ਸਕਦੇ ਹੋ। ਅਗਰ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਵੀਡੀਓਜ਼ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਤੁਹਾਨੂੰ ਨਵੀਆਂ ਵੀਡੀਓਜ਼ ਮਿਲਦੀਆਂ ਰਹਿਣ। ਥੈਂਕ ਯੂ।